ਹੈਲੋ ਐਵਰੀਵਨ। ਅੱਜ ਆਪਾਂ ਕਰਾਂਗੇ ਪਾਠ 5 ਦੋ ਕੀੜੀਆਂ। ਕੁੜੇ ਅਨੀਸ਼ਾ, ਕਿਉਂ ਪਾਣੀ ਵਿੱਚ ਖੇਡਾਂ ਜਿਹਾ ਕਰੀ ਜਾਨੀ ਹੈ? ਬਿਮਾਰ ਹੋ ਜਾਵੇਂਗੀ। ਗਰਮੀ ਨਹੀਂ ਆਈ ਅਜੇ, ਜਾਂਦੀ ਠੰਡ ਹੈ। ਆ ਜਾ ਇੱਧਰ ਠੰਡੇ ਪਾਣੀ ਚੋਂ। ਅਨੀਸ਼ਾ ਦੀ ਨਾਨੀ ਨੇ ਪਾਣੀ ਨਾਲ ਖੇਡ ਰਹੀ ਆਪਣੀ ਧੋਤੀ ਨੂੰ ਵਰਜਿਆ। ਨਾਨੀ ਜੀ, ਮੈਂ ਖੇਡਾਂ ਨਹੀਂ ਕਰ ਰਹੀ, ਮੈਂ ਤਾਂ ਵਿਗਿਆਨ ਦਾ ਇੱਕ ਪ੍ਰਯੋਗ ਕਰਕੇ ਦੇਖ ਰਹੀ ਹਾਂ। ਅਨੀਸ਼ਾ ਨੇ ਗੱਲ ਪੂਰੀ ਨਹੀਂ ਸੀ ਕੀਤੀ ਕਿ ਉਸ ਦੇ ਨਾਨੀ ਜੀ ਉਸ ਦੇ ਕੋਲ ਆ ਖਲੋਤੇ ਤੇ ਬੋਲੇ, ਕੀ ਕਰਦੀ ਐ? ਅੱਜ ਸਾਡੇ ਮੈਡਮ ਨੇ ਦੱਸਿਆ ਸੀ ਕਿ ਜਿਹੜੀਆਂ ਚੀਜ਼ਾਂ ਸਾਨੂੰ ਖਾਲੀ ਜਾਪਦੀਆਂ ਨੇ ਉਹਨਾਂ ਵਿੱਚ ਹਵਾ ਭਰੀ ਹੁੰਦੀ ਹੈ। ਤੇ ਫਿਰ ਉਸ ਨੇ ਇੱਕ ਖਾਲੀ ਬੋਤਲ ਲੈ ਕੇ ਉਸ ਵਿੱਚ ਪਾਣੀ ਭਰਨ ਲਈ ਉਸ ਨੂੰ ਪਾਣੀ ਦੀ ਬਾਲਟੀ ਵਿੱਚ ਡੁਬੋਇਆ। ਗੜ ਗੜ ਦੀ ਆਵਾਜ਼ ਨਾਲ ਹਵਾ ਬੋਤਲ ਵਿੱਚੋਂ ਬਾਹਰ ਨਿਕਲਣ ਲੱਗੀ ਅਤੇ ਅਨੀਸ਼ਾ ਫੇਰ ਕਹਿਣ ਲੱਗੀ, ਦੇਖੋ ਨਾਨੀ ਜੀ, ਇਹ ਬੋਤਲ ਸਾਨੂੰ ਦੇਖਣ ਲਈ ਖਾਲੀ ਲੱਗਦੀ ਆ, ਪਰ ਆਹ ਦੇਖੋ ਬੁਲਬੁਲੇ ਨਿਕਲ ਰਹੇ ਨੇ ਹਵਾ ਦੇ। ਬਹੁਤ ਅੱਛਾ। ਨਾਨੀ ਨੇ ਗੋਹ ਨਾਲ ਆਪਣੀ ਪੰਜਵੀਂ ਵਿੱਚ ਪੜ੍ਹਦੀ ਦੋਤੀ ਵੱਲ ਦੇਖਿਆ। ਨਾਨੀ ਜੀ ਕਿੱਥੇ ਗਏ? 8ਵੀਂ ਵਿੱਚ ਪੜ੍ਹਦੀ ਅਨੀਸ਼ਾ ਦਾ ਭਰਾ ਨਵੀਨ ਨਾਨੀ ਨੂੰ ਲੱਭ ਰਿਹਾ ਸੀ। ਆ ਜਾ ਪੁੱਤਰ, ਇੱਧਰ ਆਏ। ਨਵੀਨ ਦੇ ਹੱਥ ਵਿੱਚ ਕਾਪੀ ਤੇ ਪੈਨ ਸੀ। ਨਾਨੀ ਸਮਝ ਗਈ ਕਿ ਨਵੀਨ ਨੇ ਕੁਝ ਪੁੱਛਣਾ ਹੈ। ਨਵੀਨ ਹੋਰਾਂ ਦੀ ਨਾਨੀ ਸੇਵਾ ਮੁਕਤ ਸਕੂਲ ਅਧਿਆਪਕਾ ਹੈ। ਆਪਣੀ ਇਕਲੌਤੀ ਬੇਟੀ ਦੇ ਬੱਚਿਆਂ ਦਾ ਉਹ ਬਹੁਤ ਧਿਆਨ ਰੱਖਦੀ ਹੈ। ਹਾਂ ਬੇਟੇ, ਦੱਸ ਕੀ ਪੁੱਛਣਾ ਹੈ? ਨਾਨੀ ਨੇ ਪੁੱਛਿਆ। ਨਾਨੀ ਜੀ, ਸਾਡੇ ਸਕੂਲ ਵਿੱਚ ਭਾਸ਼ਣ ਮੁਕਾਬਲਾ ਹੋਣਾ ਹੈ, ਨਵੀਨ ਨੇ ਕਿਹਾ। ਅੱਛਾ, ਬੋਲਣੇ ਦਾ ਵਿਸ਼ਾ ਕਿਹੜਾ ਹੈ? ਔਗੁਣਾਂ ਨੂੰ ਦੂਰ ਕਰਕੇ ਗੁਣ ਕਿਵੇਂ ਗ੍ਰਹਿਣ ਕਰੀਏ। ਵਿਸ਼ਾ ਸੁਣ ਕੇ ਨਾਨੀ ਜੀ ਥੋੜੇ ਦੇਰ ਲਈ ਗੰਭੀਰ ਹੋ ਗਏ ਤੇ ਫੇਰ ਬੋਲੇ, ਇਸ ਸੰਬੰਧ ਵਿੱਚ ਮੈਂ ਤੁਹਾਨੂੰ ਦੋ ਕੀੜੀਆਂ ਦੀ ਇੱਕ ਕਹਾਣੀ ਸੁਣਾਉਂਦੀ ਹਾਂ। ਇੱਕ ਕੀੜੀ ਸੀ ਮਿੱਠੋ, ਮਿੱਠੇ ਤੇ ਸੁੰਗੜ ਗੁਣਾਂ ਵਾਲੀ। ਉਹ ਮਿਸਰੀ ਦੇ ਪਹਾੜ ਉੱਤੇ ਰਹਿੰਦੀ ਸੀ। ਦੂਜੀ ਕੀੜੀ ਸੀ ਸਲੂਨੋ, ਲੂਣ ਦੇ ਪਹਾੜ ਉੱਤੇ ਰਹਿੰਦੀ ਸੀ। ਉਹ ਦੋਵੇਂ ਪਹਾੜ ਨਾਲ ਨਾਲ ਸਨ, ਨੇੜੇ ਨੇੜੇ। ਇੱਕ ਦਿਨ ਦੋਵੇਂ ਕੀੜੀਆਂ ਆਪੋ ਆਪਣੇ ਪਹਾੜ ਦੇ ਸਿਖਰ ਉੱਤੇ ਘੁੰਮ ਫਿਰ ਰਹੀਆਂ ਸਨ। ਭੈਣ ਸਲੂਨੋ, ਕੀ ਹਾਲ ਹੈ ਤੇਰਾ? ਮਿੱਠੋ ਨੇ ਮਿੱਠੀ ਜਵਾਨ ਨਾਲ ਪੁੱਛਿਆ। ਭੈਣ ਮਿੱਠੋ, ਹਾਲ ਕਾਹਦਾ, ਸਾਰਾ ਦਿਨ ਖਾਰਾ। ਸਲੂਨਾ, ਭੈਣ ਸਲੂਨੋ, ਤੂੰ ਇਉਂ ਕਰ, ਕੁਛ ਦਿਨ ਮੇਰੇ ਪਹਾੜ ਉੱਤੇ ਆ ਕੇ ਰਹਿ। ਮਿੱਠੀ ਮਿੱਠੀ ਮਿਸਰੀ ਖਾ ਤੇ ਆਨੰਦ ਲੈ। ਜਿੰਨਾ ਚਿਰ ਤੇਰਾ ਜੀ ਕਰੇ ਰਹਿ, ਭਾਵੇਂ ਸਾਰੀ ਉਮਰ ਵੀ। ਇੱਕ ਦਿਨ ਮਿੱਠੂ ਨੇ ਕਿਹਾ, ਚੰਗਾ ਭੈਣੇ, ਆਵਾਂਗੀ ਕਿਸੇ ਦਿਨ ਵੇਹਲ ਕੱਢ ਕੇ। ਸਲੂਨੋ ਨੇ ਜਵਾਬ ਦਿੱਤਾ। ਫੇਰ ਗਈ ਸਲੂਨੋ ਮਿਸਰੀ ਦੇ ਪਹਾੜ ਉੱਤੇ। ਨਵੀਨ ਨੇ ਪੁੱਛਿਆ, ਲੂਣ ਛੱਡ ਕੇ ਮਿਸਰੀ ਮਿਲੇ ਖਾਣ ਨੂੰ ਤਾਂ ਹੋਰ ਕੀ ਚਾਹੀਦਾ? ਉਹ ਤਾਂ ਭੱਜੀ ਗਈ ਹੋਊ, ਜਿਵੇਂ ਆਪਾਂ ਚਾਕਲੇਟ ਦੇਖ ਕੇ ਭੱਜਦੇ ਆ, ਹੈ ਨਾ ਨਾਨੀ ਜੀ? ਅਨੀਸ਼ਾ ਵੀ ਬੋਲ ਪਈ। ਧਿਆਨ ਨਾਲ ਸੁਣੋ ਬੇਟੇ, ਇਸ ਦੀ ਸਮਝ ਡੂੰਘੀ ਹੈ, ਆਮ ਬਾਤਾਂ ਵਰਗੀ ਨਹੀਂ ਹੈਗੀ। ਇਹ ਕਹਾਣੀ ਵਿੱਚ ਲੂਣ ਨੂੰ ਤੁਸੀਂ ਸਮਝ ਲਿਓ ਜਿਵੇਂ ਔਗੁਣਾ ਹੋਣ ਤੇ ਮਿਸਰੀ ਨੂੰ ਸਮਝ ਲਿਓ ਗੁਣ, ਚੰਗੇ ਗੁਣ। ਠੀਕ ਹੈ ਨਾ? ਹਾਂ ਨਾਨੀ ਜੀ, ਨਵੀਨ ਤੇ ਅਨੀਸ਼ਾ ਇਕੱਠੇ ਬੋਲੇ। ਸਲਾਹ ਕਰਦਿਆਂ ਸਲੂਨੋ ਨੇ ਕਈ ਦਿਨ ਲੰਘਾ ਦਿੱਤੇ। ਜਿਵੇਂ ਮਾੜੀ ਆਦਤ ਛੱਡਣ ਦੀ ਲੋਕ ਆਲਸ ਕਰ ਛੱਡਦੇ ਨੇ, ਉਵੇਂ ਹੀ ਇੱਕ ਦਿਨ ਉਸ ਨੇ ਸਲਾਹ ਬਣਾ ਲਈ ਮਿਸਰੀ ਦੇ ਪਹਾੜ ਉੱਤੇ ਜਾਣ ਦੀ। ਪਰ ਨਾਲ ਹੀ ਉਸ ਨੇ ਸੋਚਿਆ, ਮਿੱਠੋ ਦੇ ਪਹਾੜ ਦਾ ਤਾਂ ਮੇਰੇ ਪਹਾੜ ਦਾ ਰੰਗ ਤੋਂ ਇੱਕੋ ਜਿਹਾ ਹੀ ਲੱਗਦੇ। ਸੋਚ ਕੇ ਉਹਨੇ ਲੂਣ ਦੀ ਇੱਕ ਵੱਡੀ ਡਲੀ ਆਪਣੇ ਮੂੰਹ ਵਿੱਚ ਰੱਖ ਲਈ ਤੇ ਮਨ ਹੀ ਮਨ ਕਿਹਾ, ਜੇ ਮਿੱਠੋ ਕੋਲ ਕੁਝ ਨਾ ਹੋਇਆ, ਘੱਟੋ ਘੱਟ ਮੇਰੇ ਕੋਲ ਆਪਣਾ ਲੂਣ ਤਾਂ ਹੋਊ। ਚਲੋ ਜੀ। ਆਖਰ ਸਲੂਨੋ ਮਿੱਠੋ ਤੇ ਪਹਾੜ ਉੱਤੇ ਪਹੁੰਚ ਹੀ ਗਈ। ਮਿੱਠੇ ਉਸ ਨੂੰ ਸਾਰਾ ਪਹਾੜ ਘੁਮਾਉਂਦੀ ਰਹੀ, ਤਰ੍ਹਾਂ ਤਰ੍ਹਾਂ ਦੀ ਮਿਸਰੀ ਦੀ ਡਲੀਆਂ ਕੋਲ ਲਿਜਾ ਕੇ ਚਿੰਤਾ ਕਰਦੀ ਰਹੀ। ਸਾਰਾ ਪਹਾੜ ਘੁਮਾ ਕੇ ਸਲੂਨਾ ਵਾਪਸ ਆ ਗਈ। ਸਾਰਾ ਪਹਾੜ ਘੁਮਾ ਕੇ ਸਲੂਨੋ ਵਾਪਸ ਆ ਗਈ। ਆਪਣੇ ਪਹਾੜ ਉੱਤੇ ਪਹੁੰਚ ਕੇ ਆਖਣ ਲੱਗੀ, ਇੰਨਾ ਲੰਬਾ ਚੌੜਾ ਪਹਾੜ ਘੁੰਮਦੀ ਫਿਰੀ ਪਾਗਲਾਂ ਵਾਂਗੂ, ਮਿਸਰੀ ਕਿਹੜੀ ਮਿਲੀ ਉੱਥੇ? ਸਵਾਹ। ਸਲੋਨੋ ਅੱਕੀ ਪਈ ਸੀ। ਹਾਂ ਬੇਟੇ ਨਵੀਨ, ਦੱਸੋ ਸਲੋਨੋ ਨੂੰ ਮਿਸਰੀ ਦਾ ਸਵਾਦ ਕਿਉਂ ਨਹੀਂ ਆਇਆ? ਕਿਉਂਕਿ ਸਲੂਨੋ ਨੇ ਆਪਣੇ ਮੂੰਹ ਵਿੱਚ ਲੂਣ ਦੀ ਵੱਡੀ ਡਲੀ ਰੱਖੀ ਹੋਈ ਸੀ। ਨਵੀਨ ਬੋਲਿਆ। ਬਿਲਕੁਲ ਠੀਕ।
ਸਾਰੇ ਰਾਹ ਉਸ ਦੇ ਮੂੰਹ ਵਿੱਚ ਉੱਚੀ ਉਹੀ ਲੂਣ ਦੀ ਡਲੀ ਖੁਰਦੀ ਰਹੀ। ਮਿਸਰੀ ਦਾ ਸਵਾਦ ਤਾਂ ਉਹ ਤਾਂ ਹੀ ਚੱਖ ਸਕਦੀ ਸੀ ਜੇ ਉਹ ਲੂਣ ਦੀ ਡਲੀ ਮੂੰਹ ਵਿੱਚੋਂ ਕੱਢਦੀ। ਜਿਵੇਂ ਅਨੀਸ਼ਾ ਪ੍ਰਯੋਗ ਕਰਦੀ ਸੀ, ਜੇ ਬੋਤਲ ਵਿੱਚੋਂ ਹਵਾ ਬਾਹਰ ਨਿਕਲੂਗੀ ਤਾਂ ਹੀ ਪਾਣੀ ਅੰਦਰ ਭਰਿਆ ਜਾਊ। ਜੇ ਔਗੁਣ ਦੂਰ ਹੋਣਗੇ ਤਾਂ ਹੀ ਉਹਨਾਂ ਦੀ ਥਾਵੇਂ ਗੁਣ ਗ੍ਰਹਿਣ ਕੀਤੇ ਜਾ ਸਕਣਗੇ। ਠੀਕ ਹੈ ਅਨੀਸ਼ਾ? ਨਾਨੀ ਜੀ ਨੇ ਫੇਰ ਪੁੱਛਿਆ। ਬਿਲਕੁਲ ਠੀਕ, ਪਰ ਨਾਨੀ ਜੀ ਸਭ ਤੋਂ ਜ਼ਰੂਰੀ ਗੱਲ ਹੈ ਵਿਸ਼ਵਾਸ, ਗੁਣਵਾਨ ਬੰਦੇ ਉੱਤੇ ਵਿਸ਼ਵਾਸ। ਜੇ ਸਲੋਨੋ ਕੀੜੀ ਮਿੱਠੇ ਉੱਤੇ ਵੀ ਵਿਸ਼ਵਾਸ ਕਰਦੀ ਤਾਂ ਲੂਣ ਦੀ ਡਲੀ ਮੂੰਹ ਵਿੱਚ ਲਿਆਂਦੀ ਹੀ ਕਿਉਂ? ਨਵੀਨ ਨੇ ਹੋਰ ਨੁਕਤਾ ਸਪਸ਼ਟ ਕੀਤਾ। ਕਈ ਵਾਰ ਸਾਡੇ ਨਾਲ ਵੀ ਇਉਂ ਹੀ ਹੁੰਦਾ ਹੈ। ਅਸੀਂ ਚੰਗੇ ਲੋਕਾਂ ਦੀ ਸੰਗਤ ਕਰਦੇ ਹਾਂ, ਚੰਗੇ ਗੁਣ ਗ੍ਰਹਿਣ ਕਰਨ ਲਈ, ਪਰ ਵਿਸ਼ਵਾਸ ਦੀ ਘਾਟ ਕਰਕੇ ਸਾਡੇ ਆਪਣੇ ਹੀ ਔਗੁਣਾਂ ਦਾ ਲੂਣ ਸਾਡੀ ਜੀਭ 'ਤੇ ਖੁਰਦਾ ਰਹਿੰਦਾ ਤੇ ਅਸੀਂ ਚੰਗੇ ਗੁਣਾਂ ਦੀ ਮਿਠਾਸ 'ਤੇ ਵਾਂਝੇ ਰਹਿ ਜਾਂਦੇ ਹਾਂ। ਨਾਨੀ ਜੀ ਨੇ ਕਿਹਾ। ਠੀਕ ਕਿਹਾ ਨਾਨੀ ਜੀ, ਹੁਣ ਮੈਂ ਇਸ ਨੂੰ ਲਿਖ ਲਵਾਂ, ਫੇਰ ਸੁਣਾਵਾਂਗਾ ਤੁਹਾਨੂੰ, ਆਖ ਕੇ ਨਵੀਨ ਆਪਣੀ ਪੜ੍ਹਨ ਵਾਲੀ ਮੇਜ਼ ਉੱਤੇ ਜਾ ਬੈਠਿਆ। ਨਾਨੀ ਜੀ ਰਸੋਈ ਵਿੱਚ ਜਾ ਕੇ ਚਾਹ ਬਣਾਉਣ ਲੱਗੇ, ਕਿਉਂਕਿ ਨਵੀਨ ਹੋਰਾਂ ਦੇ ਮੰਮੀ ਪਾਪਾ ਦਫ਼ਤਰ ਤੋਂ ਆਉਣ ਵਾਲੇ ਸਨ ਤੇ ਅਨੀਸ਼ਾ ਮੇਨ ਗੇਟ ਉੱਤੇ ਖੜ੍ਹ ਕੇ ਆਪਣੇ ਮੰਮੀ ਪਾਪਾ ਦਾ ਇੰਤਜ਼ਾਰ ਕਰ ਰਹੀ ਸੀ। ਹੁਣ ਆਪਾਂ ਕਰਾਂਗੇ ਪਾਠ ਅਭਿਆਸ। ਖਾਲੀ ਸਥਾਨ ਭਰੋ। ਨਵੀਨ ਦੇ ਨਾਨੀ ਜੀ ਡੈਸ਼ ਅਧਿਆਪਕਾ ਹਨ। ਨਵੀਨ ਦੇ ਨਾਨੀ ਜੀ ਸੇਵਾ ਮੁਕਤ ਅਧਿਆਪਕਾ ਹਨ। ਮਿੱਠੋ ਕੀੜੀ ਡੈਸ਼ ਦੇ ਪਹਾੜ ਉੱਤੇ ਰਹਿੰਦੀ ਸੀ। ਮਿੱਠੋ ਕੀੜੀ ਮਿਸ਼ਰੀ ਦੇ ਪਹਾੜ ਉੱਤੇ ਰਹਿੰਦੀ ਸੀ। ਡੈਸ਼ ਮਿਸ਼ਰੀ ਖਾ ਤੇ ਆਨੰਦ ਲੈ। ਮਿੱਠੀ ਮਿੱਠੀ ਮਿਸ਼ਰੀ ਖਾ ਤੇ ਆਨੰਦ ਲੈ। ਸਲੂਨੋ ਕੀੜੀ ਨੇ ਵੱਡੀ ਸਾਰੀ ਡੈਸ਼ ਆਪਣੇ ਮੂੰਹ ਵਿੱਚ ਰੱਖ ਲਈ। ਸਲੂਨੋ ਕੀੜੀ ਨੇ ਵੱਡੀ ਸਾਰੀ ਲੂਣ ਦੀ ਡਲੀ ਆਪਣੇ ਮੂੰਹ ਵਿੱਚ ਰੱਖ ਲਈ। ਪਹਿਲਾਂ ਆਪਣੇ ਅੰਦਰੋਂ ਡੈਸ਼ ਨੂੰ ਕੱਢੋ। ਪਹਿਲਾਂ ਆਪਣੇ ਅੰਦਰੋਂ ਵਹਿਮ ਨੂੰ ਕੱਢੋ। ਹੁਣ ਆਪਾਂ ਕਰਾਂਗੇ ਪ੍ਰਸ਼ਨ ਉੱਤਰ। ਸੰਖੇਪ ਵਿੱਚ ਉੱਤਰ ਦਿਓ। ਪ੍ਰਸ਼ਨ 1, ਨਵੀਨ ਨੇ ਸਵੇਰ ਦੀ ਸਭਾ ਵਿੱਚ ਕਿਸ ਵਿਸ਼ੇ 'ਤੇ ਬੋਲਣਾ ਸੀ? ਉੱਤਰ, ਔਗੁਣਾਂ ਨੂੰ ਦੂਰ ਕਰਕੇ ਗੁਣ ਕਿਵੇਂ ਹੀਣ ਕਰੀਏ। ਪ੍ਰਸ਼ਨ 2, ਨਵੀਨ ਦੀ ਵੱਡੀ ਭੈਣ ਦਾ ਨਾਂ ਦੱਸੋ ਅਤੇ ਇਹ ਵੀ ਦੱਸੋ ਕਿ ਉਹ ਕਿਹੜੀ ਸ਼੍ਰੇਣੀ ਵਿੱਚ ਪੜ੍ਹਦੀ ਸੀ। ਨਵੀਨ ਦੀ ਵੱਡੀ ਭੈਣ ਦਾ ਨਾਂ ਅਨੀਸ਼ਾ ਸੀ ਤੇ ਉਹ 8ਵੀਂ ਜਮਾਤ ਵਿੱਚ ਪੜ੍ਹਦੀ ਸੀ। ਪ੍ਰਸ਼ਨ 3, ਨਾਨੀ ਜੀ ਨੇ ਨਵੀਨ ਨੂੰ ਕਿਹਨਾਂ ਦੀ ਕਹਾਣੀ ਸੁਣਾਈ? ਨਾਨੀ ਜੀ ਨੇ ਨਵੀਨ ਨੂੰ 2 ਕੀੜਿਆਂ ਦੀ ਕਹਾਣੀ ਸੁਣਾਈ। ਪ੍ਰਸ਼ਨ 4, ਮਿੱਠਾ ਦੁਆਰਾ ਹਾਲ ਪੁੱਛਣ ਤੇ ਸਲੋਨੀ ਕੀੜੀ ਨੇ ਕੀ ਉੱਤਰ ਦਿੱਤਾ? ਮਿੱਠਾ ਦੁਆਰਾ ਹਾਲ ਪੁੱਛਣ ਤੇ ਸਲੋਨੀ ਕੀੜੀ ਨੇ ਕਿਹਾ ਕਿ ਉਸ ਦਾ ਹਾਲ ਚੰਗਾ ਨਹੀਂ, ਉਹ ਸਾਰਾ ਦਿਨ ਖਾਰਾ ਤੇ ਸਲੂਣਾ ਖਾਂਦੀ ਰਹਿੰਦੀ ਹੈ। ਪ੍ਰਸ਼ਨ 5, 2 ਕੀੜੀਆਂ ਪਾਠ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ? 2 ਕੀੜੀਆਂ ਪਾਠ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਚੰਗੇ ਗੁਣ ਗ੍ਰਹਿਣ ਕਰਨ ਲਈ ਸਾਡਾ ਚੰਗੇ ਲੋਕਾਂ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ। ਹੇਠ ਲਿਖੇ ਪੰਜਾਬੀ ਸ਼ਬਦਾਂ ਦੇ ਸਮਾਨਾਰਥੀ ਹਿੰਦੀ ਸ਼ਬਦ ਲਿਖੋ ਅਤੇ ਅੰਤਰ ਸਮਝੋ। ਕੀੜੀਆਂ, ਚੀਟੀਆਂ। ਕਹਾਣੀ, ਕਹਾਣੀ। ਪਹਾੜ, ਪਰਬਤ। ਮਿਸ਼ਰੀ, ਮਿਸ਼ਰੀ। ਸੇਵਾ ਮੁਕਤ, ਸੇਵਾ ਨਿਵ੍ਰਤ। ਲੂਣ, ਨਮਕ। thank you very much everyone. See you in the next video. Bye bye.